ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਇਸ ਨਵੇਂ ਚੈਨਲ ਦੇ ਵਲੌਗ ਐਂਡ ਜੌਬ ਡਾਇਰੀਜ਼ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਪੋਸਟਾਂ ਦੇ ਬਾਰੇ। ਡਾਕਟਰ BR ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਵਿੱਚ ਜੋ ਕਿ ਪੋਸਟਾਂ ਨਿਕਲੀਆਂ ਹੋਈਆਂ ਹਨ, ਸੀਨੀਅਰ ਰੈਜ਼ੀਡੈਂਟ ਔਰ ਪੈਰਾਮੈਡੀਕਲ ਸਟਾਫ ਦੀਆਂ ਇਹ ਪੋਸਟਾਂ ਹਨ, ਜੋ ਕਿ ਇਹਦੇ ਵਿੱਚ ਜੋ ਐਪਲੀਕੇਸ਼ਨ ਫਾਰਮ ਹੈ ਉਹ ਔਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ ਦੇ ਫਿਲ ਹੋਣਗੇ। ਜੋ ਕਿ ਇਹ ਪੋਸਟਾਂ ਪੂਰੀ ਤਰੀਕੇ ਨਾਲ ਆਪਾਂ ਇਹਦੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਇਹਦੀ ਜੋ ਲਾਸਟ ਡੇਟ ਆਫ ਸਬਮਿਸ਼ਨ ਐਪਲੀਕੇਸ਼ਨ ਹੈ ਜੋ ਕਿ 22 ਤਰੀਕ ਦਾ ਹੈ। ਇਹਦੇ ਵਿੱਚ ਹਰ ਇੱਕ ਡਿਪਾਰਟਮੈਂਟ ਦੀਆਂ ਅਲੱਗ-ਅਲੱਗ ਪੋਸਟਾਂ ਹਨ। ਹੀਮੈਟੋਲੋਜੀ ਪ੍ਰੋਫੈਸਰ ਦੀ ਇੱਕ ਪੋਸਟ ਹੈ, ਐਸੋਸੀਏਟ ਪ੍ਰੋਫੈਸਰ ਦੀ ਇੱਕ ਪੋਸਟ ਹੈ, ਅਸਿਸਟੈਂਟ ਪ੍ਰੋਫੈਸਰ ਦੀਆਂ 4 ਪੋਸਟਾਂ ਹਨ ਅਤੇ ਸੀਨੀਅਰ ਰੈਜ਼ੀਡੈਂਸ ਦੀਆਂ 12 ਪੋਸਟਾਂ ਹਨ, ਜੋ ਕਿ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਇਹ ਪੋਸਟਾਂ ਹਨ। ਐਨਸਥੀਸੀਆ, ਰੇਡੀਓਲੋਜੀ, ਪੈਥੋਲੋਜੀ, ਮਾਈਕਰੋਬਾਇਓਲੋਜੀ, ਬਾਇਓਕੈਮਿਸਟਰੀ ਐਂਡ ਟ੍ਰਾਂਸਫਿਊਜ਼ਨ ਮੈਡੀਸਿਨ, ਹਸਪੀਟਲ ਐਡਮਿਨਿਸਟ੍ਰੇਸ਼ਨ, ਇਹਨਾਂ ਦੇ ਵਿੱਚ ਅਲੱਗ-ਅਲੱਗ ਪੋਸਟਾਂ ਹਨ, ਜੋ ਕਿ ਤੁਸੀਂ ਚੰਗੇ ਤਰੀਕੇ ਨਾਲ ਜ਼ੂਮ ਕਰਕੇ ਤੁਸੀਂ ਦੇਖ ਸਕਦੇ ਹੋ। ਅਲੱਗ-ਅਲੱਗ ਕੈਟੇਗਰੀਜ਼ ਵਾਈਜ਼ ਇਹ ਡਿਵਾਈਡ ਕੀਤੀਆਂ ਹਨ, ਜੋ ਕਿ ਟੋਟਲ ਪੋਸਟਾਂ ਹੈਗੀਆਂ ਹਨ ਇਸ ਦੀਆਂ 47 ਪੋਸਟਾਂ ਹਨ। ਇਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਤੇ ਇਹਦੀ ਜੋ ਸੈਲਰੀ ਪੈਕੇਜ ਹੈਗਾ ਜੋ ਪ੍ਰੋਫੈਸਰ ਦਾ ਉਹ 3,25,335 ਹੈਗਾ ਐਂਡ ਐਸੋਸੀਏਟ ਪ੍ਰੋਫੈਸਰ ਦਾ ਜੋ ਹੈਗਾ ਉਹ 2,63,830 ਹੈਗਾ। ਅਸਿਸਟੈਂਟ ਪ੍ਰੋਫੈਸਰ ਦਾ ਜੋ 2,10,150 ਹੈਗਾ। ਸੀਨੀਅਰ ਰੈਜ਼ੀਡੈਂਟ ਦਾ ਜੋ 81,562 ਹੈਗਾ। ਅੱਗੇ ਆਪਾਂ ਕੁਆਲੀਫਿਕੇਸ਼ਨ ਅਤੇ ਇਹਨਾਂ ਦੀ ਐਕਸਪੀਰੀਅੰਸ ਦੀ ਗੱਲ ਕਰੀਏ, ਜੋ ਕਿ ਅਲੱਗ-ਅਲੱਗ ਡਿਪਾਰਟਮੈਂਟ ਵਾਈਜ਼ ਅਲੱਗ-ਅਲੱਗ ਪੋਸਟ ਦੇ ਅਕੋਰਡਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਹੈ, ਜੋ ਕਿ ਚੰਗੇ ਤਰੀਕੇ ਨਾਲ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਬਣੇ ਰਹੀਓ। ਅੱਗੇ ਅਸੀਂ ਹੋਰ ਪੋਸਟਾਂ ਬਾਰੇ ਤੁਹਾਨੂੰ ਦੱਸਾਂਗੇ, ਜੋ ਕਿ ਅਸੀਂ ਗੱਲ ਕਰਾਂਗੇ। ਉਸ ਤੋਂ ਬਾਅਦ ਇਹਨਾਂ ਦੀ ਏਜ ਲਿਮਿਟ ਦੀ, ਜੋ ਪ੍ਰੋਫੈਸਰ ਦੀ ਏਜ ਲਿਮਿਟ ਹੈ ਉਹ 70 ਸਾਲ ਹੈ, ਜੋ ਐਸੋਸੀਏਟ ਪ੍ਰੋਫੈਸਰ ਦੀ ਏਜ ਲਿਮਿਟ ਹੈ ਉਹ 55 ਸਾਲ ਹੈ, ਅਸਿਸਟੈਂਟ ਪ੍ਰੋਫੈਸਰ ਦੀ ਏਜ ਜੋ ਹੈਗੀ ਉਹ 50 ਸਾਲ ਹੈ ਐਂਡ ਸੀਨੀਅਰ ਰੈਜ਼ੀਡੈਂਸ ਦੀ ਜੋ ਪੋਸਟ ਹੈਗੀ ਆ ਉਹ 45 ਈਅਰ ਹੈ। ਅੱਗੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਪੈਰਾਮੈਡੀਕਲ ਸਟਾਫ ਦੀਆਂ ਅਤੇ ਅਦਰ ਪੋਸਟਾਂ ਦੀਆਂ, ਜੋ ਕਿ ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਇਹ ਪੋਸਟਾਂ ਹਨ, ਜਿਵੇਂ ਕਿ ਲੈਬ ਟੈਕਨੀਸ਼ੀਅਨ ਦੀਆਂ 40 ਪੋਸਟਾਂ ਹਨ। ਇਹਨਾਂ ਦੀ ਜੋ ਸੈਲਰੀ ਪੈਕੇਜ ਹੈ ਇਹ ਗੌਰਮੈਂਟ ਦੇ ਅਕੋਰਡਿੰਗ ਮਿਲੇਗਾ। ਇਹਦੇ ਵਿੱਚ ਆਪਾਂ ਨੂੰ +2 ਚਾਹੀਦਾ ਹੈ ਅਤੇ ਇਸ ਤੋਂ ਬਾਅਦ ਆਪਾਂ ਨੂੰ ਡਿਪਲੋਮਾ ਜਾਂ BSc MLT ਵਿੱਚ ਚਾਹੀਦਾ ਹੈ, ਜੋ ਕਿ ਡਿਪਲੋਮੇ ਦੇ ਨਾਲ ਸਾਨੂੰ 1 ਸਾਲ ਦਾ ਐਕਸਪੀਰੀਅੰਸ ਜ਼ਰੂਰ ਚਾਹੀਦਾ ਹੈ, ਲੇਕਿਨ ਜੋ ਇਹਦੀ ਪ੍ਰੈਫਰੈਂਸ ਹੈਗੀ ਉਹ MLT ਕੈਂਡੀਡੇਟਸ ਨੂੰ ਹੀ ਦਿੱਤੀ ਜਾਏਗੀ। ਇਹਦੀ ਜੋ ਏਜ ਲਿਮਿਟ ਹੈਗੀ ਉਹ 37 ਈਅਰ ਹੈਗੀ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਰੇਸ਼ਨ ਥੀਏਟਰ ਅਸਿਸਟੈਂਟ ਦੀ, ਜੋ ਕਿ ਉਹਨਾਂ ਦੀਆਂ ਪੋਸਟਾਂ 12 ਹਨ ਅਤੇ ਇਹਦੇ ਵਾਸਤੇ ਆਪਾਂ ਨੂੰ +2 ਪਾਸ ਚਾਹੀਦੇ ਹੈ ਤੇ ਡਿਪਲੋਮਾ ਚਾਹੀਦਾ ਹੈ ਆਪਰੇਸ਼ਨ ਥੀਏਟਰ ਦਾ, ਜਿਹਦੀ ਕਿ ਏਜ ਲਿਮਿਟ ਹੈਗੀ ਆ 37 ਈਅਰ ਹੈਗੀ ਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਰੇਡੀਓਗ੍ਰਾਫਰ ਦੀਆਂ 10 ਪੋਸਟਾਂ ਹਨ, ਜਿਨ੍ਹਾਂ ਨੂੰ ਸੈਲਰੀ ਜੋ ਕਿ ਹੈ ਗੌਰਮੈਂਟ ਦੇ ਅਕੋਰਡਿੰਗ ਦਿੱਤੀ ਹੋਣੀ ਚਾਹੀਦੀ ਹੈ ਤੇ ਇਹਨਾਂ ਦੀ ਜੋ +2 ਹੈ ਉਹ ਪਾਸ ਹੋਣੀ ਜ਼ਰੂਰੀ ਹੈ ਤੇ 2 ਸਾਲ ਦਾ ਡਿਪਲੋਮਾ ਹੋਣਾ ਬਹੁਤ ਜ਼ਰੂਰੀ ਹੈ। ਇਹਦੀ ਜੋ ਏਜ ਲਿਮਿਟ ਹੈਗੀ ਉਹ 37 ਈਅਰ ਹੈਗੀ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਐਨਸਥੀਸੀਆ ਟੈਕਨੀਸ਼ੀਅਨ ਦੀ, ਜੋ ਕਿ 4 ਪੋਸਟਾਂ ਹਨ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਇਹ +2 ਹੋਣਾ ਬਹੁਤ ਜ਼ਰੂਰੀ ਹੈ ਅਤੇ ਡਿਪਲੋਮਾ ਹੋਣਾ ਬਹੁਤ ਜ਼ਰੂਰੀ ਹੈ ਆਪਰੇਸ਼ਨ ਥੀਏਟਰ ਦਾ ਐਂਡ ਇਹਨਾਂ ਦਾ 1 ਸਾਲ ਦਾ ਜੋ ਹੈਗਾ ਵਾ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਹੈ। ਇਹਦੀ ਜੋ ਏਜ ਲਿਮਿਟ ਹੈਗੀ ਆ ਉਹ 35 ਈਅਰ ਹੈਗੀ ਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਟਾਫ ਨਰਸ ਦੀ। ਸਟਾਫ ਨਰਸ ਦੀਆਂ ਜੋ ਪੋਸਟਾਂ ਹਨ ਉਹ 86 ਪੋਸਟਾਂ ਹਨ। ਇਹਨਾਂ ਦੇ ਵਿੱਚ +2 ਹੋਣਾ ਬਹੁਤ ਜ਼ਰੂਰੀ ਹੈ। ਜੋ ਡਿਪਲੋਮਾ GNM ਦੇ ਵਿੱਚ ਹੈ ਉਹ ਵੀ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਕਿਸੇ ਵੀ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਤੋਂ ਰਜਿਸਟਰ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹਦੀ ਜੋ ਏਜ ਲਿਮਿਟ ਹੈਗੀ ਉਹ 35 ਈਅਰ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡਿਪਟੀ ਮੈਨੇਜਰ ਮੈਡੀਕਲ ਆਪਰੇਸ਼ਨ ਦੀ, ਜੋ ਕਿ 1 ਪੋਸਟ ਹੈ ਅਤੇ ਇਹਨਾਂ ਦੀ ਜੋ ਸੈਲਰੀ ਹੈਗੀ 50,000 ਫਿਕਸਡ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਕੁਆਲੀਫਿਕੇਸ਼ਨ ਦੀ। ਕੁਆਲੀਫਿਕੇਸ਼ਨ ਜੋ ਹੈਗੀ ਹੈ ਡਿਗਰੀ ਹੈਗੀ ਹੈ ਰਿਕਗਨਾਈਜ਼ਡ ਬਾਈ NCI। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਦਾ ਜੋ ਐਕਸਪੀਰੀਅੰਸ ਹੈਗੀ 3 ਸਾਲ ਦਾ ਐਕਸਪੀਰੀਅੰਸ ਐਂਡ 10 ਸਾਲ ਦਾ ਡਿਫੈਂਸ ਸਰਵਿਸ ਦੇ ਵਿੱਚ ਜੋ ਮਿਨੀਮਮ ਵਰਕਿੰਗ ਐਕਸਪੀਰੀਅੰਸ ਹੈਗਾ ਉਹ 3 ਸਾਲ ਦਾ। ਇਹਨਾਂ ਦੇ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ 10 ਸਾਲ ਦਾ ਜਿਹੜਾ ਟੀਚਿੰਗ ਦਾ ਐਕਸਪੀਰੀਅੰਸ ਚਾਹੀਦਾ ਹੈਗਾ ਅਤੇ 5 ਸਾਲ ਦਾ ਕਿਸੇ ਵੀ ਸੀਨੀਅਰ ਪੋਜੀਸ਼ਨ 'ਤੇ ਇਹਨਾਂ ਦਾ ਐਕਸਪੀਰੀਅੰਸ ਚਾਹੀਦਾ। ਇਹਦੀ ਜੋ ਏਜ ਲਿਮਿਟ ਹੈਗੀ ਉਹ 62 ਈਅਰਸ ਹੈਗੀ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਡਿਪਟੀ ਮੈਨੇਜਰ ਹਿਊਮਨ ਰਿਸੋਰਸ ਦੀ, ਜੋ ਕਿ 1 ਪੋਸਟ ਹੈ। ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ ਕਿ 50,000 ਫਿਕਸਡ ਹੈ। ਇਹਨਾਂ ਦੀ ਆਪਾਂ ਗੱਲ ਕਰਦੇ ਹਾਂ, ਇਹਨਾਂ ਦੀ ਜੋ ਡਿਗਰੀ ਹੋਣੀ
ਜ਼ਰੂਰੀ ਹੈ, ਗ੍ਰੈਜੂਏਟ ਹੋਣਾ ਜ਼ਰੂਰੀ ਹੈ। MBA ਜਾਂ PG ਡਿਪਲੋਮਾ ਮੈਨੇਜਮੈਂਟ ਫॉर ਰਿਕੋਗਨਾਈਜ਼ਡ ਇੰਸਟੀਟਿਊਟ 'ਚੋਂ ਹੋਣਾ ਜ਼ਰੂਰੀ ਹੈ। ਇਹਦਾ ਜੋ ਹੈਗਾ ਵਾ ਇਹਦੇ ਗੌਰਮੈਂਟ ਦੇ ਰੂਲ ਅਤੇ ਰੈਗੂਲੇਸ਼ਨ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਅਤੇ ਇਹਦੀ ਜੋ ਏਜ ਲਿਮਿਟ ਹੈਗੀ ਆ ਉਹ 50 ਸਾਲ ਹੈਗੀ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਡਿਪਟੀ ਮੈਨੇਜਰ ਐਂਡ ਫਾਈਨੈਂਸ ਐਂਡ ਅਕਾਊਂਟਸ ਦੀ, ਜੋ ਕਿ ਇੱਕ ਪੋਸਟ ਹੈ। ਇਹਦੇ ਵਿੱਚ ਆਪਾਂ ਨੂੰ ਇਹਦੀ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਕੁਆਲੀਫਿਕੇਸ਼ਨ ਦੇ ਨਾਲ ਆਪਾਂ ਨੂੰ ਕਿਸੇ ਵੀ ਰੈਗੂਲਰ ਸਰਵਿਸ ਦਾ ਐਕਸਪੀਰੀਅੰਸ ਵੀ ਮਾਇਨੇ ਰੱਖਦਾ ਹੈਗਾ। ਇਹਦੀ ਜੋ ਏਜ ਲਿਮਿਟ ਹੈਗੀ ਉਹ 50 ਸਾਲ ਹੈ। ਬਾਕੀ ਤੁਸੀਂ ਇਸ ਚੰਗੇ ਤਰੀਕੇ ਨਾਲ ਇਹਨੂੰ ਜ਼ੂਮ ਕਰਕੇ ਤੁਸੀਂ ਦੇਖ ਸਕਦੇ ਹੋ। ਜੋ ਤੁਹਾਨੂੰ ਚੀਜ਼ ਮੇਰੇ ਕੋਲੋਂ ਨਹੀਂ ਸਮਝ ਆ ਰਹੀ ਉਹ ਤੁਸੀਂ ਜ਼ੂਮ ਕਰਕੇ ਇੱਕ ਵਾਰੀ ਇਹਨੂੰ ਕਲੀਅਰ ਕਰ ਸਕਦੇ ਹੋ। ਬਾਕੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਡਿਪਟੀ ਮੈਨੇਜਰ ਪਰਚੇਜ਼ ਐਂਡ ਸਟੋਰ ਦੀ, ਜੋ ਕਿ ਇੱਕ ਪੋਸਟ ਹੈ। ਇਹਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਿਗਰੀ ਹੋਣਾ ਬਹੁਤ ਜ਼ਰੂਰੀ ਹੈ, ਜਾਂ ਫਿਰ ਡਿਪਲੋਮਾ ਜੋ ਹੈਗਾ ਉਹ ਜ਼ਰੂਰੀ ਹੈ। ਬੈਚਲਰ ਡਿਗਰੀ ਜਿਹੜੀ ਮਟੀਰੀਅਲ ਮੈਨੇਜਮੈਂਟ ਐਂਡ ਰਿਕੋਗਨਾਈਜ਼ਡ ਹੋਣੀ ਜ਼ਰੂਰੀ ਹੈ। 5 ਸਾਲ ਦਾ ਜਿਹੜਾ ਹੈਗਾ ਸਟੋਰ ਹੈਂਡਲਿੰਗ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ। ਇਹਦੀ ਆਪਾਂ ਏਜ ਦੀ ਗੱਲ ਕਰੀਏ ਤਾਂ ਉਦੋਂ 50 ਸਾਲ ਦੀ ਇਹਦੀ ਏਜ ਹੋਣੀ ਜ਼ਰੂਰੀ ਹੈ। ਡਿਪਟੀ ਮੈਨੇਜਰ ਇਨਫੋਰਮੇਸ਼ਨ ਟੈਕਨੋਲੋਜੀ ਦੀ ਗੱਲ ਕਰੀਏ, ਇਹਦੀ ਪੋਸਟ ਜੋ ਹੈਗੀ ਇੱਕ ਪੋਸਟ ਹੈ। ਇਹਦੇ ਵਿੱਚ ਆਪਾਂ ਨੂੰ BE ਐਂਡ BTech ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰ, ਇਨਫੋਰਮੇਸ਼ਨ ਟੈਕਨੋਲੋਜੀ, ਕੁਆਲੀਫਿਕੇਸ਼ਨ ਕੰਪਿਊਟਰ ਨੈਟਵਰਕਿੰਗ ਔਰ MCA ਹੈ। ਇਹਦੀ ਜੋ ਐਕਸਪੀਰੀਅੰਸ ਹੈਗਾ ਉਹ 3 ਸਾਲ ਦਾ ਹੈ। ਉਸ ਤੋਂ ਬਾਅਦ ਆਪਾਂ ਏਜ ਦੀ ਗੱਲ ਕਰੀਏ ਤਾਂ 50 ਸਾਲ ਹੈ। ਡਿਪਟੀ ਰਜਿਸਟਰੇਟਰ ਅਕੈਡਮਿਕਸ ਦੀ ਗੱਲ ਕਰੀਏ ਤਾਂ ਉਹਦੀ ਪੋਸਟ ਇੱਕ ਹੈ। ਇਹਦੇ ਵਿੱਚ ਤੁਸੀਂ ਇਹਦੀ ਕੁਆਲੀਫਿਕੇਸ਼ਨ ਚੰਗੇ ਤਰੀਕੇ ਨਾਲ ਪੜ੍ਹ ਸਕਦੇ ਹੋ। ਇਹਦੀ ਜੋ ਏਜ ਲਿਮਿਟ ਹੈਗੀ ਆ ਉਹ 50 ਸਾਲ ਹੈ ਅਤੇ ਪੋਸਟ ਗ੍ਰੈਜੂਏਟ ਡਿਗਰੀ ਜ਼ਰੂਰ ਹੋਣੀ ਚਾਹੀਦੀ ਹੈ ਅਤੇ ਐਕਸਪੀਰੀਅੰਸ ਵੀ ਬਹੁਤ ਮਾਇਨੇ ਰੱਖਦਾ ਹੈ। ਸੀਨੀਅਰ ਮੈਨੇਜਰ ਨਰਸ ਦੀ ਗੱਲ ਕਰੀਏ ਤਾਂ ਇਹਦੀ ਪੋਸਟ ਇੱਕ ਹੈ, ਜਿਹਦੇ ਵਿੱਚ ਕਿ ਮਾਸਟਰ ਨਰਸਿੰਗ ਦੀ ਹੋਣਾ ਬਹੁਤ ਜ਼ਰੂਰੀ ਅਤੇ 10 ਸਾਲ ਦਾ ਜੋ ਹੈਗਾ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਐਕਸਪੀਰੀਅੰਸ 5 ਸਾਲ ਦਾ ਤੁਹਾਡੇ ਕੋਲ ਨਹੀਂ ਹੈਗਾ, ਉਸ ਤੋਂ ਬਾਅਦ ਟੀਚਿੰਗ ਦਾ ਐਕਸਪੀਰੀਅੰਸ 10 ਸਾਲ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਸ ਦੀ ਏਜ ਹੈਗੀ ਆ 50 ਸਾਲ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅਸਿਸਟੈਂਟ ਮੈਨੇਜਰ ਨਰਸ ਦੀ, ਜੋ ਕਿ 5 ਪੋਸਟਾਂ ਹਨ। ਜਨਰਲ ਦੀਆਂ 2, ਜਨਰਲ ਵੂਮਨ ਦੀ 1, ਜੋ ਕਿ ਅਲੱਗ-ਅਲੱਗ ਪੋਸਟਾਂ ਦੇ ਅਕੋਰਡਿੰਗ ਇਹਨਾਂ ਨੂੰ ਕੈਟਾਗਰੀ ਦੇ ਅਕੋਰਡਿੰਗ ਇਹਨਾਂ ਨੂੰ ਡਿਵਾਈਡ ਕੀਤਾ ਗਿਆ ਹੈ। ਇਹਦੀ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ BSc ਨਰਸਿੰਗ ਜੋ ਹੋਣੀ ਜ਼ਰੂਰੀ ਹੈਗੀ ਆ। 12 ਸਾਲ ਦਾ ਜਿਹੜਾ ਹੈਗਾ ਐਕਸਪੀਰੀਅੰਸ ਹੋਣਾ ਜ਼ਰੂਰ ਚਾਹੀਦਾ ਹੈ ਅਤੇ 5 ਸਾਲ ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਸੀਨੀਅਰ ਨਰਸ ਦੀ ਪੋਸਟ 'ਤੇ ਹੋਣਾ ਜ਼ਰੂਰੀ ਹੈ। ਇਹਦੀ ਆਪਾਂ ਏਜ ਦੀ ਗੱਲ ਕਰੀਏ ਤਾਂ 45 ਜੋ ਏਜ ਚਾਹੀਦੀ ਹੈ। ਉਸ ਤੋਂ ਆਪਾਂ ਗੱਲ ਕਰੀਏ ਨਿਊਟ੍ਰੀਸ਼ਨਲਿਸਟ ਦੀ, ਉਸ ਤੋਂ ਬਾਅਦ ਇਹ ਇੱਕ ਪੋਸਟ ਹੈ। ਇਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਅਤੇ ਐਕਸਪੀਰੀਅੰਸ ਵੀ ਬਹੁਤ ਮਾਇਨੇ ਰੱਖਦਾ ਹੈ। MSc ਆਪਾਂ ਨੂੰ ਕਿਸੇ ਵੀ ਫੂਡ ਸਾਇੰਸ ਨਿਊਟ੍ਰੀਸ਼ਨ ਦੇ ਵਿੱਚ, MSc ਫੂਡ ਨਿਊਟ੍ਰੀਸ਼ਨ ਦੇ ਵਿੱਚ, ਡਾਇਬਟੀ ਦੇ ਵਿੱਚ ਕਿਤੇ ਵੀ ਤਰ੍ਹਾਂ ਦੇ ਆਪਾਂ ਨੂੰ ਚਾਹੀਦਾ। ਤੁਸੀਂ ਧਿਆਨ ਨਾਲ ਇਹਨੂੰ ਰੀਡ ਕਰ ਸਕਦੇ ਹੋ। 6 ਸਾਲ ਦਾ ਜੋ ਹੈਗਾ ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ ਜਾਂ 200 ਬੈਡਡ ਹੌਸਪੀਟਲ ਦਾ, ਐਂਡ ਇਹਦੀ ਏਜ ਲਿਮਿਟ ਹੈਗੀ ਆ ਉਹ 37 ਈਅਰਸ ਹੈਗੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਚੀਫ ਫਾਰਮਾਸਿਸਟ ਐਂਡ ਸੀਨੀਅਰ ਫਾਰਮਾਸਿਸਟ ਦੀਆਂ, ਦੋਨੋਂ ਦੀਆਂ ਇੱਕ ਪੋਸਟਾਂ ਹਨ, ਜਿਹਦੇ ਵਾਸਤੇ +2 ਹੋਣਾ ਬਹੁਤ ਜ਼ਰੂਰੀ ਹੈ ਐਂਡ ਬੈਚਲਰ ਹੋਣੀ ਚਾਹੀਦੀ ਹੈ ਫਾਰਮੇਸੀ ਦੀ, ਐਂਡ ਇਹ ਕਿਸੇ ਵੀ ਤਰ੍ਹਾਂ ਦਾ ਰਜਿਸਟਰ ਹੋਣਾ ਚਾਹੀਦਾ ਫਾਰਮਾਸਿਸਟ ਪੰਜਾਬ ਫਾਰਮੇਸੀ ਕੌਂਸਲ ਦੇ ਸੈਟਅਪ ਦੇ ਅਕੋਰਡਿੰਗ। ਅਪਰ ਏਜ ਲਿਮਿਟ ਜੋ ਹੈਗੀ 37 ਹੈਗੀ ਆ। ਅਸਿਸਟੈਂਟ ਮੈਨੇਜਰ ਐਂਡ ਹੌਸਪਿਟੈਲਿਟੀ ਐਂਡ ਆਪਰੇਸ਼ਨਸ ਦੀ ਇੱਕ ਪੋਸਟ ਹੈ, ਜੋ ਕਿ 6 ਮੰਥ ਸਰਟੀਫਿਕੇਟ ਕੋਰਸ ਹੋਟਲ ਐਂਡ ਹੌਸਪਿਟੈਲਿਟੀ ਐਂਡ ਕੈਟਰਿੰਗ ਮੈਨੇਜਮੈਂਟ ਫॉर ਡਿਪਟੀ ਚਾਹੀਦਾ ਹੈ। ਇਹਦਾ ਵਰਕ ਐਕਸਪੀਰੀਅੰਸ ਜੋ 5 ਸਾਲ ਦਾ ਹੈਗਾ। ਇਹਦੀ ਜੋ ਏਜ ਲਿਮਿਟ ਹੈਗੀ ਆ ਉਹ 45 ਈਅਰ ਹੈ। ਉਸ ਤੋਂ ਬਾਅਦ ਆਪਾਂ ਲਾਇਬ੍ਰੇਰੀਅਨ ਦੀ ਗੱਲ ਕਰੀਏ ਤਾਂ ਇਹਦੀ ਪੋਸਟ ਸਿਰਫ ਇੱਕ ਹੈ, ਜੋ ਕਿ ਆਪਾਂ ਨੂੰ BSc ਡਿਗਰੀ ਹੋਣੀ ਜ਼ਰੂਰੀ ਹੈ ਅਤੇ ਇਹਦੇ ਵਾਸਤੇ ਸਾਨੂੰ 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਬਹੁਤ ਜ਼ਰੂਰੀ ਹੈ। ਇਹਦੀ ਆਪਾਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਜੋ ਕਿ 37 ਈਅਰਸ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਲੀਨਿਕਲ ਟ੍ਰਾਇਲ ਕੋਆਰਡੀਨੇਟਰ ਐਂਡ ਇੰਸਟਰਕਟਰ ਦੀ, ਇਹਦੀ ਪੋਸਟ ਇੱਕ ਹੈ। ਪੋਸਟ ਗ੍ਰੈਜੂਏਟ ਮੈਡੀਕਲ ਐਂਡ ਡੈਂਟਲ ਇਹਦੇ ਵਿੱਚ ਹੋਣਾ ਜ਼ਰੂਰੀ ਹੈ। ਇਹਦੀ ਏਜ ਲਿਮਿਟ ਜੋ ਹੈਗੀ ਆ ਉਹ 37 ਈਅਰ ਹੈਗੀ ਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਰਸਨਲ ਸੈਕਟਰੀ ਟੂ ਡਾਇਰੈਕਟਰ, ਉਹਦੀ ਪੋਸਟ ਇੱਕ ਹੈਗੀ ਆ। ਡਿਗਰੀ ਹੋਣੀ ਜ਼ਰੂਰੀ ਹੈਗੀ ਆ, ਜਿਹਦੇ ਵਿੱਚ ਆਪਾਂ ਨੂੰ ਟਾਈਪਿੰਗ ਇੰਗਲਿਸ਼ ਐਂਡ 60 ਜਾਂ 45 ਮਿੰਟ ਦੀ ਜਿਹੜੀ ਪੰਜਾਬੀ ਕੰਪਿਊਟਰ ਡਿਜ਼ਾਇਰੇਬਲ ਹੈਗੀ ਆ। ਡਿਪਲੋਮਾ ਜੋ ਹੈਗਾ ਵਾ ਉਹ ਵੀ ਹੈਗਾ ਵਾ। ਇਹਦੇ ਵਿੱਚ ਅਸੀਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਜੋ 37 ਈਅਰ ਏਜ ਹੈ। ਟਰਾਂਸਪਲਾਂਟ ਕੋਆਰਡੀਨੇਟਰ ਦੀ ਪੋਸਟ ਇੱਕ ਹੈ, ਜਿਹਦੇ ਦੇ ਵਿੱਚ ਆਪਾਂ ਨੂੰ
ਬੈਚਲਰ ਡਿਗਰੀ ਚਾਹੀਦੀ ਹੈ ਅਤੇ ਮਾਸਟਰ ਡਿਗਰੀ ਜੋ ਹੈਗੀ ਆ ਸੋਸ਼ਲ ਵਰਕ ਜਾਂ ਸੈਕਟਰੀ ਐਂਡ ਸਾਇਓਲੋਜੀ ਐਂਡ ਸੋਸ਼ਲ ਸਾਇੰਸ ਦੇ ਵਿੱਚ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੀ ਏਜ ਦੀ, ਜੋ ਕਿ 50 ਸਾਲ ਹੋਣੀ ਜ਼ਰੂਰੀ ਹੈ। ਐਂਡ ਇਹਦੇ ਵਾਸਤੇ ਆਪਾਂ ਨੂੰ ਐਕਸਪੀਰੀਅੰਸ ਵੀ ਚਾਹੀਦਾ ਹੈ, ਜੋ ਕਿ 7 ਸਾਲ ਦਾ ਐਕਸਪੀਰੀਅੰਸ ਇਹਨਾਂ ਨੂੰ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਅਕੋਰਡਿੰਗ, ਇਹਨਾਂ ਦੀ ਫੀਸ ਦੇ ਅਕੋਰਡਿੰਗ ਫੀਸ ਜੋ ਹੈਗੀ ਆ ਅਲੱਗ-ਅਲੱਗ ਪੋਸਟਾਂ ਦੇ ਅਕੋਰਡਿੰਗ ਫੀਸ ਹੈਗੀ ਆ, ਜੋ ਕਿ 500 ਰੁਪਇਆ ਸੀਨੀਅਰ ਰੈਜ਼ੀਡੈਂਟ ਐਂਡ ਅਦਰਸ ਜੋ ਹੈਗੀ ਆ ਉਹ 300 ਹੈਗੀ ਆ। ਜੋ ਐਕਸ ਸਰਵਿਸਮੈਨ ਆ ਜਾਂ EWS ਹੈ, ਇਹਨਾਂ ਦੀ ਫੀਸ ਜਿਹੜੀ 50% ਹੈਗੀ ਆ। ਬਾਕੀ ਤੁਸੀਂ ਚੰਗੇ ਤਰੀਕੇ ਨਾਲ ਇਹਨਾਂ ਦੀ ਦੇ ਸਕਦੇ ਹੋ। ਜਿਹੜੇ ਬਾਕੀ ਅਸੀਂ ਗੱਲ ਕਰੀਏ ਜੋ ਇਹਨਾਂ ਦੀ ਫੀਸ ਹੈ ਉਹ ਕਿਵੇਂ ਪੇਡ ਕਰਨੀ ਆ, ਉਹ RTGS ਜਾਂ NEFT ਦੇ ਫੇਵਰ ਦੇ ਵਿੱਚ ਕਿਵੇਂ ਉਹ ਕਰਨਾ। ਉਹਦਾ ਜੋ ਐਡਰੈਸ ਹੈਗਾ ਡਾਇਰੈਕਟਰ ਪ੍ਰਿੰਸੀਪਲ ਸਟੇਟ ਬੈਂਕ ਆਫ ਇੰਡੀਆ, ਜੋ ਬਾਕੀ ਤੁਸੀਂ ਚੰਗੇ ਤਰੀਕੇ ਨਾਲ ਦੇਖ ਸਕਦੇ ਹੋ। ਇਸ ਐਡਰੈਸ 'ਤੇ ਤੁਸੀਂ ਪੋਸਟ ਕਰ ਸਕਦੇ ਹੋ। ਇਹਦਾ ਜੋ ਲਾਸਟ ਡੇਟ ਹੈਗੀ ਸਬਮਿਸ਼ਨ ਦੀ ਉਹ 22 ਮਈ 2023 ਟਿਲ 4 PM ਤੱਕ ਹੈਗੀ ਆ। ਤੁਸੀਂ ਇੰਨੇ ਟਾਈਮ ਦੇ ਵਿੱਚ ਫੋਰਮ ਸਬਮਿਟ ਕਰਵਾ ਸਕਦੇ ਹੋ। ਬਾਕੀ ਅਸੀਂ ਗੱਲ ਕਰਦੇ ਹਾਂ ਕਿ ਇਹ ਜੋ ਫੋਰਮ ਹੈਗਾ ਵਾ ਤੁਸੀਂ ਆਫਲਾਈਨ ਫਿਲ ਦੇ ਨਾਲ ਉਸ ਤੋਂ ਬਾਅਦ ਤੁਸੀਂ ਔਨਲਾਈਨ ਫਿਲ ਵੀ ਕਰਨਾ ਹੈ, ਜੋ ਕਿ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਿੱਤਾ ਜਾਏਗਾ। ਤੁਸੀਂ ਚੰਗੇ ਤਰੀਕੇ ਨਾਲ ਇਹਨਾਂ ਪੋਸਟਾਂ ਨੂੰ ਦੁਬਾਰਾ ਚੰਗੇ ਤਰੀਕੇ ਨਾਲ ਦੇਖ ਸਕਦੇ ਹੋ।